ਵੈਲਕਮ ਬੇਟਾ ਜੀ। ਬੱਚੇ ਅੱਜ ਆਪਾਂ ਕਰ ਰਹੇ ਹਾਂ 7th ਕਲਾਸ ਦੀ ਐਕਸਰਸਾਈਜ਼ 3.4 ਜਿਹੜੀ ਹੈ ਬੇਟੇ ਪ੍ਰੋਬੇਬਿਲਿਟੀ। ਤਾਂ ਪ੍ਰੋਬੇਬਿਲਿਟੀ ਸਮਝਣ ਤੋਂ ਪਹਿਲਾਂ ਤੁਸੀਂ ਚਾਂਸ ਇਹ ਸਮਝੋਗੇ ਕਿ ਕੀ ਹੁੰਦਾ, ਠੀਕ ਹੈ। ਮੌਕਾ ਕੀ ਹੁੰਦਾ। ਚਾਂਸ ਇਜ਼ ਦਾ ਅਕਰੈਂਸ ਆਫ ਇਵੈਂਟਸ, ਮਤਲਬ ਜਦੋਂ ਕੋਈ ਘਟਨਾ ਵਾਪਰਨੀ ਹੈ, ਠੀਕ ਹੈ, ਉਹਨੂੰ ਆਪਾਂ ਚਾਂਸ ਕਹਿ ਦਿੰਦੇ ਹਾਂ। ਇਟ ਇਜ਼ ਸਿੰਪਲੀ ਦਾ ਪੋਸੀਬਿਲਿਟੀ, ਇਹਨੂੰ ਆਪਾਂ ਸੰਭਾਵਨਾ ਪੋਸੀਬਿਲਿਟੀ ਕਹਿ ਦਿੰਦੇ ਹਾਂ, ਠੀਕ ਹੈ। ਉਹਨੇ ਹੁਣ ਆਪਾਂ ਨੂੰ ਕੁਛ ਉਦਾਹਰਨਾਂ ਦਿੱਤੀਆਂ, ਜਿਵੇਂ ਸਨ ਰਾਈਜ਼ਿਜ਼ ਫਰੋਮ ਦਾ ਵੈਸਟ, ਜਿਹੜਾ ਸੂਰਜ ਹੈ ਉਹ ਕਿਹੜੀ ਦਿਸ਼ਾ ਤੋਂ ਚੜ੍ਹਦਾ ਹੈ, ਪੱਛਮ ਤੋਂ। ਐਂਟ ਗਰੋਇੰਗ ਟੂ 3 ਮੀਟਰ ਹਾਈਟ, ਜਿਹੜੀ ਕਿ ਐਂਟ ਹੈ, ਕੀੜੀ ਹੈ, ਉਹ 3 ਮੀਟਰ ਲੰਬੀ ਹੋ ਜਾਂਦੀ ਹੈ, ਉੱਚੀ ਹੋ ਜਾਂਦੀ ਹੈ, ਠੀਕ ਹੈ। ਇੰਡੀਆ ਵਿਨਿੰਗ ਦਾ ਨੈਕਸਟ ਕ੍ਰਿਕਟ ਮੈਚ, ਇੰਡੀਆ ਜਿਹੜਾ ਹੈ ਉਹ ਅਗਲਾ ਕ੍ਰਿਕਟ ਮੈਚ ਜਿੱਤ ਜੇਗਾ। ਜੇ ਹੁਣ ਆਪਾਂ ਇਹਨਾਂ ਸਟੇਟਮੈਂਟਸ ਨੂੰ ਦੇਖੀਏ ਬੇਟੇ, ਤਾਂ ਸਨ ਰਾਈਜ਼ਿਜ਼ ਫਰੋਮ ਦਾ ਵੈਸਟ, ਪੱਛਮ ਤੋਂ ਸੂਰਜ ਆਉਂਦਾ, ਤਾਂ ਇਹ ਤਾਂ ਇੱਕ ਇੰਪੋਸੀਬਲ ਘਟਨਾ ਹੈ, ਠੀਕ ਹੈ। ਐਂਟ ਜਿਹੜੀ ਹੈ 3 ਮੀਟਰ ਦੀ ਹੋ ਜਾਂਦੀ ਹੈ, ਇਹ ਵੀ ਪੋਸੀਬਲ ਨਹੀਂ ਹੈਗਾ। ਪਰ ਇੰਡੀਆ ਮੈਚ ਜਿੱਤੇਗਾ ਜਾਂ ਹਾਰੇਗਾ, ਇਹਨਾਂ ਦੇ ਵਿੱਚੋਂ ਕੋਈ ਵੀ ਗੱਲ ਪੋਸੀਬਲ, ਠੀਕ ਹੈ ਬੇਟੇ। ਸਮਝ ਆ ਗਿਆ ਤੁਹਾਨੂੰ ਇਹ। ਹੁਣ ਆਪਾਂ ਚੱਲਦੇ ਹਾਂ ਇਸ ਤੋਂ ਨੈਕਸਟ 'ਤੇ। ਤਾਂ ਇਹਦੇ ਲਈ ਆਪਾਂ ਨੂੰ ਕੁਛ ਡੈਫੀਨੀਸ਼ਨਸ ਵੀ ਯਾਦ ਰੱਖਣੀਆਂ ਪੈਣਗੀਆਂ। ਕਿਹੜੀਆਂ ਬੇਟੇ? ਦੇਖੋ, ਐਕਸਪੈਰੀਮੈਂਟ ਇਜ਼ ਏ ਸਿਚੁਏਸ਼ਨ ਦੈਟ ਇਨਵੋਲਵਸ ਏ ਚਾਂਸ ਆਫ ਦਾ ਅਕਰੈਂਸ ਆਫ ਪਰਟੀਕੂਲਰ ਇਵੈਂਟ। ਐਕਸਪੈਰੀਮੈਂਟ ਕੀ ਹੈ? ਇਹਦੇ ਵਿੱਚ ਕਿਸੇ ਖਾਸ ਘਟਨਾ ਦੇ ਵਾਪਰਨ ਦਾ ਦੀ ਸੰਭਾਵਨਾ ਲੁਕੀ ਹੁੰਦੀ ਹੈ, ਠੀਕ ਹੈ। ਅਤੇ ਆਊਟਕਮ ਕੀ ਹੈ? ਆਊਟਕਮ ਇਜ਼ ਦਾ ਰਿਜ਼ਲਟ ਆਫ ਦਾ ਐਕਸਪੈਰੀਮੈਂਟ, ਜਿਹੜਾ ਆਪਾਂ ਐਕਸਪੈਰੀਮੈਂਟ ਕਰ ਰਹੇ ਹਾਂ ਉਹਦੇ ਨਤੀਜਿਆਂ ਨੂੰ ਆਪਾਂ ਕੀ ਕਹਿੰਦੇ ਹਾਂ? ਆਊਟਕਮ। ਸੈਂਪਲ ਸਪੇਸ, ਸੈਂਪਲ ਸਪੇਸ ਕੀ ਹੈ? ਸਾਰੇ ਪੋਸੀਬਲ ਆਊਟਕਮਸ, ਠੀਕ ਹੈ। ਮਤਲਬ ਉਸ ਘਟਨਾ ਦੇ ਸਾਰੇ ਨਤੀਜੇ ਕਿਹੜੇ ਕਿਹੜੇ ਆਉਣਗੇ। ਐਨ ਇਵੈਂਟ ਇਜ਼ ਆ ਸਪੈਸੀਫਿਕ ਆਊਟਕਮ ਆਫ ਐਨ ਐਕਸਪੈਰੀਮੈਂਟ, ਠੀਕ। ਤਾਂ ਐਕਸਪੈਰੀਮੈਂਟ ਹੁਣ ਆਪਾਂ ਜਿਵੇਂ ਰੋਲਿੰਗ ਏ ਡਾਈ, ਆਪਾਂ ਲੂਡੋ ਦੀ ਗੀਟੀ ਸਿੱਟਦੇ ਹਾਂ, ਠੀਕ ਹੈ, ਰੋਲਿੰਗ ਏ ਡਾਈ, ਤਾਂ ਉਹਦੇ 'ਤੇ ਕਿੱਥੇ ਤੋਂ ਕਿੱਥੇ ਤੱਕ ਲਿਖੇ ਹੁੰਦੇ ਨੇ? 1 2 3 4 5 ਐਂਡ 6। ਤਾਂ ਇਹਦੇ ਕੀ ਹੋ ਗਏ ਬੱਚੇ? ਆਊਟਕਮਸ, ਨਤੀਜੇ, ਠੀਕ ਹੈ। ਤਾਂ ਕਿਹੜੀ ਘਟਨਾ ਸੀ? ਰੋਲਿੰਗ ਏ ਡਾਈ, ਪਾਸੇ ਨੂੰ ਸੁੱਟਣਾ। ਉਹਦੇ ਆਊਟਕਮਸ ਕੀ ਆਏ? 1 2 3 4 5 6। ਸੈਂਪਲ ਸਪੇਸ ਮਤਲਬ ਉਹਦੇ ਸਾਰੇ ਨਤੀਜੇ, ਉਹਨੂੰ ਆਪਾਂ ਬਰੈਕਟ ਪਾ ਕੇ ਲਿਖਤਾ, ਉਹਨੂੰ ਸੈਂਪਲ ਸਪੇਸ ਕਹਿਤਾ। ਅਤੇ ਇਵੈਂਟ ਕੀ ਹੈ? ਆਪਾਂ ਉਹਦੇ 'ਚੋਂ ਲੱਭਣਾ ਕੀ ਹੈ? ਜਿਵੇਂ ਗੈਟਿੰਗ ਐਨ ਈਵਨ ਨੰਬਰ, ਔਡ ਨੰਬਰ, ਪ੍ਰਾਈਮ ਨੰਬਰ, ਠੀਕ ਹੈ। ਆਪਾਂ ਕੁਛ ਵੀ ਕੁਐਸਚਨ ਪੁੱਛ ਸਕਦਾ ਆਪਾਂ ਨੂੰ ਇਸ ਐਕਸਪੈਰੀਮੈਂਟ ਦੇ ਵਿੱਚੋਂ। 2 ਨਾਲ ਡਿਵਾਈਡ ਹੋਣ ਵਾਲੇ ਨੰਬਰ, 3 ਨਾਲ ਡਿਵਾਈਡ ਹੋਣ ਵਾਲੇ ਨੰਬਰ, ਠੀਕ ਹੈ। ਤਾਂ ਇੱਦਾਂ ਆਪਾਂ ਨੇ ਇਹ ਸਾਰੀਆਂ ਡੈਫੀਨੇਸ਼ਨਸ ਨੂੰ ਵੀ ਦਿਮਾਗ ਦੇ ਵਿੱਚ ਰੱਖਣਾ। ਤਾਂ ਚੱਲਦੇ ਹਾਂ ਬੇਟਾ ਆਪਾਂ ਇਸ। ਹਾਂਜੀ, ਤਾਂ ਪ੍ਰੋਬੇਬਿਲਿਟੀ ਆਪਾਂ ਕੱਢਾਂਗੇ ਕਿਵੇਂ? ਕੀ ਫਾਰਮੂਲਾ ਹੋਊਗਾ ਇਹਦਾ? ਤਾਂ ਪ੍ਰੋਬੇਬਿਲਿਟੀ ਆਫ ਐਨ ਇਵੈਂਟ ਰਿਟਨ ਐਜ਼ PE, ਤਾਂ ਫਾਰਮੂਲੇ ਦੇ ਵਿੱਚ ਆਪਾਂ P ਅੰਦਰ ਬਰੈਕਟ ਦੇ ਵਿੱਚ E ਲਿਖਣਾ ਬੇਟਾ। ਇਹਨੂੰ ਪੜ੍ਹਾਂਗੇ ਆਪਾਂ ਪ੍ਰੋਬੇਬਿਲਿਟੀ ਆਫ ਐਨ ਇਵੈਂਟ E। ਤਾਂ ਕਿਹਦੇ ਬਰਾਬਰ ਹੁੰਦਾ ਹੈ? ਨੰਬਰ ਆਫ ਫੇਵਰੇਬਲ ਆਊਟਕਮਸ ਓਵਰ ਟੋਟਲ ਨੰਬਰ ਆਫ ਆਊਟਕਮਸ, ਠੀਕ ਹੈ। ਪੰਜਾਬੀ ਦੇ ਵਿੱਚ ਜੇ ਲਿਖਣਾ ਹੋਵੇ ਤਾਂ ਇਹਨੂੰ ਲਿਖਾਂਗੇ ਆਪਾਂ ਅਨੁਕੂਲ ਪਰਿਣਾਮਾਂ ਦੀ ਗਿਣਤੀ ਬਟੇ ਕੁੱਲ ਪਰਿਣਾਮਾਂ ਦੀ ਗਿਣਤੀ। ਜਿਹੜੇ ਨਤੀਜੇ ਆਪਾਂ ਕੱਢਾਂਗੇ ਨਾ, ਅਨੁਕੂਲ ਮਤਲਬ ਜੋ ਪ੍ਰਸ਼ਨ ਨੇ ਪੁੱਛੇ ਨੇ, ਕੁੱਲ ਮਤਲਬ ਜਿੰਨੇ ਉਸ ਘਟਨਾ ਦੇ ਨਤੀਜੇ ਹੋ ਸਕਦੇ ਨੇ। ਜਦੋਂ ਆਪਾਂ ਉਹਨਾਂ ਨੂੰ ਬਟੇ 'ਚ ਲਿਖਦਿਆ ਕਰਾਂਗੇ, ਆਪਣੇ ਕੋਲ ਕੀ ਆ ਜਾਇਆ ਕਰੂਗਾ? ਪ੍ਰੋਬੇਬਿਲਿਟੀ, ਸੰਭਾਵਨਾ, ਠੀਕ ਹੈ ਜੀ। ਸਮਝ ਆ ਗਿਆ ਇਹ ਤੁਹਾਨੂੰ? ਹੁਣ ਆਪਾਂ ਚੱਲਦੇ ਹਾਂ ਆਪਣੇ ਕੁਐਸਚਨ ਨੰਬਰ 1 'ਤੇ। ਹਾਂਜੀ, ਕੁਐਸਚਨ ਨੰਬਰ 1 ਦੇਖੋ ਬੇਟਾ। ਸਮਝ ਆ ਰਿਹਾ ਨਾ ਤੁਹਾਨੂੰ ਸਾਰਿਆਂ ਨੂੰ? ਬਸ ਧਿਆਨ ਨਾਲ ਵੀਡੀਓ ਨੂੰ ਸੁਣਦੇ ਰਹੋ, ਸਮਝਦੇ ਰਹੋ, ਠੀਕ ਹੈ। ਤੁਹਾਨੂੰ ਬਹੁਤ ਅੱਛੀ ਤਰ੍ਹਾਂ ਐਕਸਰਸਾਈਜ਼ ਸਮਝ ਆ ਜਾਏਗੀ। ਫਸਟ ਹੈਗਾ ਆਪਣੇ ਕੋਲੇ ਸਟੇਟ ਵੈਦਰ। ਹਾਂਜੀ, ਸਟੇਟ ਵੈਦਰ ਦਾ ਫੋਲੋਇੰਗ ਇਜ਼ ਸਰਟਨ ਟੂ ਹੈਪਨ, ਇੰਪੋਸੀਬਲ ਟੂ ਹੈਪਨ, ਮੇ ਹੈਪਨ। ਇਹ ਕੀ ਪੁੱਛਿਆ ਉਹਨੇ? ਸਰਟਨ ਟੂ ਹੈਪਨ, ਇਹਦਾ ਮਤਲਬ ਹੁੰਦਾ ਪੱਕਾ ਹੀ ਹੋਣਾ। ਇੰਪੋਸੀਬਲ ਟੂ ਹੈਪਨ ਮਤਲਬ ਕਦੇ ਵੀ ਨਹੀਂ ਹੋਏਗਾ। ਮੇ ਹੈਪਨ ਮਤਲਬ ਹੋ ਵੀ ਸਕਦਾ, ਨਹੀਂ ਵੀ ਹੋ ਸਕਦਾ, ਠੀਕ ਹੈ। ਤੁਸੀਂ ਪਹਿਲਾਂ ਆਪਣੇ ਦਿਮਾਗ ਵਿੱਚ ਸੋਚਿਆ ਕਰੋ ਵੀ ਇਹਦਾ ਆਨਸਰ ਕੀ ਹੋਊਗਾ।
200 ਪੀਪਲ ਸਿਟ ਇਨ ਏ ਮਾਰੂਤੀ ਕਾਰ। ਹੁਣ ਮਾਰੂਤੀ ਕਾਰ ਦੇ ਵਿੱਚ ਤੁਹਾਨੂੰ ਪਤਾ ਕਿੰਨੇ ਬੰਦੇ ਬੈਠ ਸਕਦੇ ਨੇ, ਵੱਧ ਤੋਂ ਵੱਧ ਤੁਸੀਂ 6 ਬਿਠਾ ਲਓਗੇ, ਇਦੋਂ ਵੱਧ ਤਾਂ ਨਹੀਂ ਬਿਠਾ ਸਕਦੇ। ਤੂੜ ਤਾੜ ਕੇ ਬਿਠਾਓਗੇ 7 ਬਿਠਾ ਲਓਗੇ, ਹੈ ਨਾ। ਇਹਨੇ ਕੀ ਕਿਹਾ 200 ਪੀਪਲ, ਤਾਂ ਇਹਨੂੰ ਕੀ ਕਹੋਗੇ ਇੰਪੋਸੀਬਲ ਟੂ ਹੈਪਨ। ਤਾਂ ਪਹਿਲੇ ਦਾ ਆਨਸਰ ਆਊਗਾ ਇੰਪੋਸੀਬਲ, ਠੀਕ ਹੈ। ਅਗਲਾ ਹੈਗਾ ਯੂ ਆਰ ਓਲਡਰ ਦੈਨ ਯੈਸਟਰਡੇ, ਤੁਸੀਂ ਕੱਲ੍ਹ ਦੇ ਨਾਲੋਂ ਅੱਜ ਜਿਹੜੇ ਹੋ ਵੱਡੇ ਹੋ ਗਏ। ਹਾਂ ਫਿਰ ਵੱਡੇ ਤਾਂ ਹੋ ਗਏ, 24 ਘੰਟੇ ਵੱਡੇ ਹੋ ਗਏ ਤੁਸੀਂ, ਠੀਕ ਹੈ। ਤਾਂ ਇਹ ਤਾਂ ਹੋਣਾ ਹੀ ਹੋਣਾ ਹੈ। ਆਪ ਸੋਚ ਕੇ ਦੇਖੋ, ਤੁਹਾਡੀ ਉਮਰ ਵਧੀ ਹੈ ਨਾ ਕੱਲ੍ਹ ਨਾਲੋਂ, ਤਾਂ ਇਹਦਾ ਆਨਸਰ ਕੀ ਆਊਗਾ ਸਰਟਨ ਟੂ ਹੈਪਨ, ਇਹ ਤਾਂ ਹੋਣਾ ਹੀ ਹੋਣਾ ਹੈ। ਏ ਟੋਸਡ ਕੁਆਇਨ ਵਿਲ ਲੈਂਡ ਹੈਡਸ ਅਪ, ਤੁਸੀਂ ਇੱਕ ਸਿੱਕਾ ਉਛਾਲ ਰਹੇ ਹੋ ਔਰ ਉਹਦੇ ਉੱਪਰ ਹੈਡ ਆ ਜਾਂਦਾ। ਹੁਣ ਇਹ ਤਾਂ ਚਾਂਸ ਹੈ ਨਾ, ਹੈਡ ਆ ਵੀ ਸਕਦਾ, ਨਹੀਂ ਵੀ ਆ ਸਕਦਾ, ਟੇਲ ਵੀ ਆ ਸਕਦੀ ਹੈ। ਤਾਂ ਇਸ ਦਾ ਆਨਸਰ ਕੀ ਹੋਏਗਾ ਮੇ ਹੈਪਨ, ਕੈਨ ਹੈਪਨ ਬਟ ਨੋਟ ਸਰਟਨ। ਆਏ ਵੀ ਕਹਿ ਸਕਦੇ ਹੋ, ਮੇ ਹੈਪਨ ਵੀ ਕਹਿ ਸਕਦੇ ਹੋ। ਕੀ ਕਹਿਣਾ ਆਪਾਂ ਨੇ, ਕੈਨ ਹੈਪਨ ਹੋ ਸਕਦਾ ਬਟ ਨੋਟ ਸਰਟਨ, ਠੀਕ ਹੈ ਜੀ। ਇਹ ਸਾਰੇ ਪਤਾ ਲੱਗ ਗਏ। ਹੁਣ ਇਸ ਤੋਂ ਨੈਕਸਟ ਉਹਨੇ ਕਿਹਾ ਇਹ ਡਾਈ ਵੈਨ ਰੋਲਡ ਸ਼ੈਲ ਲੈਂਡ ਅਪ 8 ਔਨ ਟੋਪ, ਵੀ ਜਦੋਂ ਆਪਾਂ ਇੱਕ ਲੁੱਡੋ ਦੀ ਗੀਟੀ ਉਛਾਲਦੇ ਹਾਂ ਤਾਂ ਉਹਦੇ ਉੱਪਰਲੇ ਪਾਸੇ 8 ਦਿਖਦਾ, ਤਾਂ ਇਹ ਤਾਂ ਇੰਪੋਸੀਬਲ ਹੈ ਨਾ। ਤਾਂ ਇਹਦਾ ਆਨਸਰ ਕੀ ਹੋਊਗਾ ਇੰਪੋਸੀਬਲ, ਇਹ ਨਹੀਂ ਹੋ ਸਕਦਾ। ਕਿਉਂ? ਕਿਉਂਕਿ ਲੁੱਡੋ ਦੀ ਗੀਟੀ ਦੇ ਉੱਪਰ 6 ਤੱਕ ਹੀ ਲਿਖਿਆ ਹੁੰਦਾ। ਨੈਕਸਟ ਟਮੋਰੋ ਵਿਲ ਬੀ ਅ ਕਲਾਊਡੀ ਡੇ, ਕੱਲ੍ਹ ਨੂੰ ਕਹਿੰਦੇ ਬੱਦਲਵਾਈ ਵਾਲਾ ਦਿਨ ਹੋਊਗਾ। ਤਾਂ ਆਪਾਂ ਨੂੰ ਕੀ ਪਤਾ, ਹੁਣ ਰਾਤ ਨੂੰ ਸੌਂ ਗਏ, ਅਗਲੇ ਦਿਨ ਬੱਦਲ ਹੋਣਗੇ ਕਿ ਨਹੀਂ ਹੋਣਗੇ, ਆਪਾਂ ਨੂੰ ਕੀ ਪਤਾ। ਤਾਂ ਆਪਾਂ ਕਹਾਂਗੇ ਮੇ ਹੈਪਨ, ਠੀਕ ਹੈ। ਇਹਦਾ ਆਨਸਰ ਕੀ ਹੋਊਗਾ, ਹੋ ਵੀ ਸਕਦਾ ਨਹੀਂ ਵੀ ਹੋ ਸਕਦਾ, ਸਾਨੂੰ ਨਹੀਂ ਪਤਾ ਬੱਦਲ ਹੋਣਗੇ ਨਹੀਂ ਹੋਣਗੇ। ਇੰਡੀਆ ਵਿਲ ਵਿਨ ਦਾ ਨੈਕਸਟ ਟੈਸਟ ਸੀਰੀਜ਼, ਇੰਡੀਆ ਜਿਹੜਾ ਹੈ ਅਗਲੇ ਟੈਸਟ ਸੀਰੀਜ਼ ਜਿੱਤ ਜੂਗਾ। ਇੱਥੇ ਵੀ ਕੀ ਲਿਖੋਗੇ ਮੇ ਹੈਪਨ, ਸਾਨੂੰ ਕੀ ਪਤਾ ਬਈ, ਉੱਥੇ ਜਾ ਕੇ ਵਧੀਆ ਖੇਡਣਗੇ ਤਾਂ ਜਿੱਤ ਜਾਣਗੇ, ਨਹੀਂ ਵਧੀਆ ਖੇਡਣਗੇ ਤਾਂ ਹਾਰ ਜਾਣਗੇ। ਦ ਨੈਕਸਟ ਟ੍ਰੈਫਿਕ ਲਾਈਟ ਸੀਨ ਵਿਲ ਬੀ ਗ੍ਰੀਨ, ਕਹਿੰਦੇ ਜਿਹੜੀ ਨੈਕਸਟ ਲਾਈਟ ਆਊਗੀ ਟ੍ਰੈਫਿਕ ਲਾਈਟ, ਤੁਸੀਂ ਚੌਂਕ 'ਚ ਖੜ੍ਹੇ ਹੋ ਤਾਂ ਕਹਿੰਦੇ ਉਹ ਗ੍ਰੀਨ ਹੋਊਗੀ, ਸਾਨੂੰ ਕੀ ਪਤਾ ਜੀ, ਅਸੀਂ ਤਾਂ ਰੈੱਡ ਦੇਖ ਕੇ ਰੁਕ ਗਏ। ਹੋ ਸਕਦਾ ਉਹ ਰੈੱਡ ਹੀ ਰਹਿ ਜਾਵੇ, ਲਾਈਟਾਂ ਖਰਾਬ ਹੋ ਜਾਣ। ਹੋ ਸਕਦਾ ਯੈਲੋ ਹੋਵੇ ਪਹਿਲਾਂ, ਹੋ ਸਕਦਾ ਦੂਜੇ ਵਾਲਿਆਂ ਦੀ ਯੈਲੋ ਹੋਵੇ ਪਹਿਲਾਂ, ਗ੍ਰੀਨ ਉਹਨਾਂ ਦੀ ਹੋ ਜਾਵੇ ਆਪਣੀ ਨਾ ਹੋਵੇ। ਤਾਂ ਇਹਦਾ ਮਤਲਬ ਇਹ ਵੀ ਮੇ ਹੈਪਨ ਹੈ, ਠੀਕ ਹੈ। ਕੈਨ ਹੈਪਨ ਬਟ ਨੋਟ ਸਰਟਨ। ਸਮਝ ਆ ਗਿਆ ਬੇਟਾ, ਇਹ ਕੁਐਸਚਨ ਜ਼ਰੂਰ ਆ ਜਾਂਦੇ ਹੁੰਦੇ ਨੇ ਪੇਪਰ ਦੇ ਵਿੱਚ 1 ਨੰਬਰ ਦੇ ਵਿੱਚ, ਠੀਕ ਹੈ। ਹੁਣ ਚੱਲਦੇ ਆਪਾਂ ਆਪਣੇ ਸੈਕਿੰਡ ਕੁਐਸਚਨ 'ਤੇ। ਹਾਂਜੀ ਸੈਕਿੰਡ ਕੁਐਸਚਨ ਦੇਖੋ, ਦੇਅਰ ਆਰ 6 ਮਾਰਬਲਸ ਇਨ ਏ ਬਾਕਸ ਵਿਦ ਨੰਬਰਸ 1 to 6 ਮਾਰਕਡ ਔਨ ਦੈਮ, ਤੁਹਾਡੇ ਕੋਲ 6 ਬੰਟੇ ਨੇਗੇ, ਉਹਨਾਂ ਦੇ ਉੱਪਰ 1 ਤੋਂ ਲੈ ਕੇ 6 ਤੱਕ ਲਿਖਿਆ ਹੋਇਆ, ਠੀਕ ਹੈ। ਵਟ ਇਜ਼ ਦਾ ਪ੍ਰੋਬੇਬਿਲਿਟੀ ਆਫ ਡਰਾਇੰਗ ਏ ਮਾਰਬਲ ਵਿਦ ਨੰਬਰ 5, ਕਹਿੰਦੇ ਤੁਸੀਂ ਉਸ ਬਾਕਸ ਦੇ ਵਿੱਚੋਂ 1 ਮਾਰਬਲ ਕੱਢਣਾ ਹੈ, ਉਸ 'ਤੇ 5 ਲਿਖਿਆ ਹੋਊਗਾ, ਇਹਦੀ ਕੀ ਸੰਭਾਵਨਾ ਹੈ। ਤਾਂ ਤੁਹਾਡੇ ਕੋਲ ਸੈਂਪਲ ਸਪੇਸ ਕਿੰਨੀ ਹੈ ਬੱਚੇ, 6 ਤੱਕ ਨੰਬਰ ਲਿਖੇ ਹੋਏ ਨੇ, ਠੀਕ ਹੈ। ਅਤੇ ਤੁਹਾਨੂੰ ਕੀ ਚਾਹੀਦਾ, ਤੁਹਾਨੂੰ ਚਾਹੀਦਾ 5। ਤਾਂ ਪ੍ਰੋਬੇਬਿਲਿਟੀ ਦਾ ਫਾਰਮੂਲਾ ਕੀ ਹੈ, ਪਹਿਲਾਂ ਫਾਰਮੂਲਾ ਲਿਖਿਓ, ਅਨੁਕੂਲ ਪਰਿਣਾਮਾਂ ਦੀ ਗਿਣਤੀ ਬਟੇ ਕੁੱਲ ਪਰਿਣਾਮਾਂ ਦੀ ਗਿਣਤੀ। ਉਸ ਤੋਂ ਬਾਅਦ ਦੇਖਿਓ ਨੰਬਰ 5 ਕਿੰਨੀ ਵਾਰ ਆਉਂਦਾ, 1 ਵਾਰੀ, ਕਿੰਨਿਆਂ 'ਚੋਂ 6 ਚੋਂ, ਯਾਨੀ ਕਿ ਅਨੁਕੂਲ ਜਿਹੜੇ ਚਾਹੀਦੇ ਨੇ ਉਹ ਇੱਕੋ ਹੀ ਹੈ, ਇਹਨਾਂ ਸਾਰਿਆਂ ਦੇ ਵਿੱਚ 5 ਆ ਇੱਕੋ ਵਾਰੀ ਹੈ, ਅਤੇ ਕੁੱਲ ਇਹ ਕਿੰਨੇ ਨਤੀਜੇ ਨੇ 6। ਅਤੇ ਜਦੋਂ ਆਪਾਂ ਇਹਨਾਂ ਦੋਨਾਂ ਨੂੰ ਬਟੇ ਲਿਖਦੇ ਹਾਂ ਤਾਂ ਆਪਣੀ ਸੰਭਾਵਨਾ ਆ ਜਾਂਦੀ ਹੈ, ਠੀਕ ਹੈ ਬੇਟੇ। ਅਗਲਾ ਕੁਐਸਚਨ ਕਰੀਏ, ਵਟ ਇਜ਼ ਦਾ ਪ੍ਰੋਬੇਬਿਲਿਟੀ ਆਫ ਡਰਾਇੰਗ ਏ ਮਾਰਬਲ ਵਿਦ ਨੰਬਰ 2, ਹੁਣ ਉਹੀ ਸੇਮ ਗੱਲ, 2 ਨੰਬਰ ਵੀ ਤਾਂ ਆਪਣੇ ਕੋਲ ਇੱਕੋ ਵਾਰੀ ਆਊਗਾ ਨਾ। ਦੇਖੋ ਜਦੋਂ ਆਪਾਂ 6 ਤੱਕ ਲਿਖਿਆ ਤਾਂ ਇਹਨਾਂ 'ਚੋਂ 2 ਇੱਕੋ ਵਾਰੀ ਹੈ, ਤਾਂ ਇਹਦੀ ਸੰਭਾਵਨਾ ਕੀ ਹੋਊਗੀ 1/6, ਸੇਮ ਟੋਟਲ 6 ਨੇ, ਅਤੇ ਜਿਹੜਾ ਆਪਾਂ ਨੂੰ ਰਿਜ਼ਲਟ ਚਾਹੀਦਾ ਉਹ 1 ਵਾਰੀ ਹੈ। ਕਲੀਅਰ ਹੈ ਬੇਟੇ। ਚੱਲੀਏ ਆਪਾਂ ਅਗਲੇ ਕੁਐਸਚਨ 'ਤੇ। ਹਾਂਜੀ, ਦੇਅਰ ਆਰ 2 ਟੀਮਸ ਏ ਐਂਡ ਬੀ, 2 ਟੀਮਾਂ ਖੇਡਣ ਲੱਗੀਆਂ ਨੇ ਏ ਅਤੇ ਬੀ। ਏ ਕੋਇਨ ਇਜ਼ ਫਲਿਪਡ ਟੂ ਡਿਸਾਈਡ ਵਿਚ ਟੀਮ ਸਟਾਰਟਸ ਦਾ ਗੇਮ, ਹੁਣ ਕਿਹੜੀ ਗੇਮ ਪਹਿਲਾਂ ਸ਼ੁਰੂ ਕਰੂਗੀ ਉਹਦੇ ਲਈ ਆਪਾਂ ਸਿੱਕਾ ਉਛਾਲਦੇ ਹਾਂ। ਤਾਂ ਵਟ ਇਜ਼ ਦਾ ਪ੍ਰੋਬੇਬਿਲਿਟੀ ਦੈਟ ਟੀਮ ਏ ਵਿਲ ਸਟਾਰਟ, ਤਾਂ ਕਹਿੰਦੇ ਕੀ ਸੰਭਾਵਨਾ ਹੈ ਵੀ ਟੀਮ ਏ ਜਿਹੜੀ ਹੈ ਉਹ ਗੇਮ ਨੂੰ ਸਟਾਰਟ ਕਰੂਗੀ। ਚਲੋ ਆਪਾਂ ਸੋਚੀਏ
कि जे एक कॉइन टॉस करते हैं तो नतीजे की हो सकते हैं, या तो बेटा हैड आ सकता है या टेल आ सकता है। दोनों इकट्ठे नहीं ना आ सकते, या हैड आऊगा जो सिक्का नीचे गिरूगा या फिर टेल आऊगा। हुण उन्हें आपां नूं कहा सी भी ए टीम स्टार्ट करूगी। हुण मान लो उन्हें हैड मन्निया होया तो ए टीम कदों स्टार्ट करूगी, वो इक्को वारी आऊगा ना हैड, किन्नियां दे विचों, 2 दे विचों। तो अनुकूल परिणाम किन्ने ने, 1, टोटल किन्ने ने, 2, फेवरेबल किन्ने ने, मतलब जो आपां नूं पुछिया 1 ते जो कुल ने वो 2। क्लीयर हो गया बच्चे तुहानूं यह क्वेश्चन? नाल दी नाल नोटबुक्स ते करी चलियो। नैक्सट क्वेश्चन है, ए बैग कंटेन्स 3 रैड 7 ग्रीन बॉल्स। रैड बॉल्स किन्नियां ने उहदे कोले 3 ते ग्रीन बॉल्स किन्नियां ने 7। नाल दी नाल टोटल कर लेना हुंदा इस तरह के क्वेश्चन च। तो टोटल बॉल्स किन्नियां ने 10। 1 बॉल इज़ ड्रॉन एट रैंडम फ्रॉम द बैग। बिना देखे बिना मतलब बैग दे विच झाके आप कोई पक्षपात नहीं कर रहे, आप एक बॉल कढ़ ली, ठीक है। एट रैंडम का मतलब ये हुंदा। फाइंड द प्रोबेबिलिटी ऑफ गैटिंग ए रैड बॉल। तो कहते वो संभावना पता करो भी अपनी रैड बॉल ही निकलूगी। तो रैड बॉल किन्नियां ने अपने कोले, फेवरेबल किन्ने ने 3, टोटल किन्ने ने 10। तो यदा आंसर किन्ना आऊगा 3/10। सौखा ही सी ना। हुण अगले च उन्हें पूछा ग्रीन बॉल, तो सेम उस तरह कर लो बेटा। मेरे करन तो पहला ही आंसर सोच लिया ना सब ने, 7/10 सब का यही आंसर सी ना। शाबाश। हाँ जी, अगला क्वेश्चन आप कर ले बेटे क्वेश्चन 4 तक, ठीक है। हुण आप कर रहे हैं 5th क्वेश्चन। ये मल्टीपल चॉइस क्वेश्चन ने, ये आपने टिक्स लगानी है सही उत्तर पर। तो पहला अपना है द प्रोबेबिलिटी ऑफ एन इम्पॉसिबल इवेंट। इम्पॉसिबल मतलब जोड़ा कदे हो ही नहीं सकता, असंभव घटना। तो वो संभावना भी किन्नी होगी, जोड़ा हो ही नहीं सकता फिर 0 ही होगी, असंभव है। तो द प्रोबेबिलिटी ऑफ सिलैक्टिंग लैटर जी फ्रॉम द वर्ड गर्ल। तो गर्ल एक शब्द दिता होया, वो जी लैटर नूं सिलैक्ट करन दी की संभावना है। तो सोचो बेटे ये टोटल किन्ने वर्ड ने, अल्फाबैट ने 4, तो जी किन्नी बार आया, 1 बारी। तो अपनी संभावना किन्नी होगी फिर 1/4। कित्थे है ये ऑप्शन, 3rd वन। बहुत सौखा सी ना। वैन ए डाई इज़ थ्रोन। नैक्सट क्वेश्चन देखो, द प्रोबेबिलिटी ऑफ गैटिंग ए नंबर 4। सेम है बेटे जो आप हुणी क्वेश्चन करके गए सी भी जे डाई सिटते हैं तो 6 जोड़े है टोटल नतीजे होंगे ने, ठीक है। तो जे आपने चाहिए आपू गैटिंग ए नंबर 4, तो अपने को 4 नंबर तो इक्को बारी आना है ना। तो 1/6 कि ऑप्शन आ जाऊगी, 4th ऑप्शन। 8वां क्वेश्चन भी आप हुणी यह जा करके हटे हैं। 5 वाइट बॉल्स ने, 10 ब्लैक बॉल्स ने। तो टोटल बॉल्स किन्नियां हो गया, नाल दी नाल टोटल पहला लिख लिया करो, ठीक है, ताकि गड़बड़ ना हो। द प्रोबेबिलिटी ऑफ ड्राइंग ए वाइट बॉल। आप कि बॉल कढ़नी है, वाइट। तो वाइट अपने को किन्नियां ने, 5। तो 5 तो उपर लगूगा, तो अपने को 15 वो ओवर च लगूगा। जे तो हुण ये ऑप्शन हैगी है फिर तो टिक कर दो, नहीं तो फिर इनू कटा के ऑप्शन 1/3 दिती होगी। पर आपां नूं 5/15 ऑप्शन जिहड़ी है वो दिख रही है, ठीक है बेटा जी। तो ये किहड़े सवाल सीगे अपने, प्रोबेबिलिटी दे। प्रोबेबिलिटी तो यदा फार्मूला की सी, PE बराबर P है, PE बराबर अनुकूल परिणाम, फेवरेबल आउटकम्स ओवर टोटल आउटकम्स। और यह जिहड़ी एक्सरसाइज है बेटे ये इन्नी क ज़्यादा इंपॉर्टेंट है कि 9th दे विच तुहानूं एक पूरा चैप्टर आऊगा प्रोबेबिलिटी का, 10th दे विच भी एक पूरा चैप्टर आऊगा प्रोबेबिलिटी का, तो 8th दे विच भी प्रोबेबिलिटी जिहड़ी है थोड़ी बहुत यूज़ की हुई है, ठीक है बेटे। तो ये ना हो भी तुसीं इस चैप्टर नूं छड्ड दो, इस एक्सरसाइज नूं छड्ड दो, ये बिल्कुल नहीं होना चाहिए। इनू बहुत ध्यान नाल सीखियो, ठीक है बेटा जी। तद तक लिए अपना ध्यान रखो, अपने परिवार का ध्यान रखो। बाय बच्चे।